ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੜੇ ਪਿਆਰ ਨਾਲ ਭਾਈ ਸਰਵਣ ਸਿੰਘ ਫੱਲੇਵਾਲ ਜੀ ਦਾ ਮਹਾਨ ਜੀਵਨ ਪਿਛਲੀਆਂ 2 ਵੀਡੀਓਜ਼ ਵਿੱਚ ਦੇਖਦੇ ਆ ਰਹੇ ਹੋ। ਹੁਣ ਪੇਸ਼ ਹੈ ਭਾਈ ਸਰਵਣ ਸਿੰਘ ਜੀ ਦੇ ਜੀਵਨ ਦੀ ਅਗਲੀ ਕੜੀ, ਜੋ ਤੁਹਾਨੂੰ ਬਿਸਮਾਦ ਅਤੇ ਮਾਣ ਨਾਲ ਭਰ ਦੇਵੇਗੀ ਕਿ ਸਾਡੇ ਦਾਦੇ ਪੜਦਾਦੇ ਇੰਨੇ ਮਹਾਨ ਸਨ ਅਤੇ ਗੁਰੂ ਜੀ ਨੂੰ ਇੰਨੇ ਪਿਆਰੇ ਸਨ। ਇੱਕ ਵਾਰ ਭਾਈ ਸਾਹਿਬ ਰਣਧੀਰ ਸਿੰਘ ਜੀ, ਭਾਈ ਸਰਵਣ ਸਿੰਘ ਜੀ ਅਤੇ ਇਹਨਾਂ ਦੇ ਸੰਗੀ ਸਾਥੀ ਖਾਲਸੇ ਜਥੇ ਦੇ ਰੂਪ ਵਿੱਚ ਅੰਬਾਲੇ ਛਾਉਣੀ ਜਾ ਰਹੇ ਸਨ। ਜਦੋਂ ਉਹ ਅੰਬਾਲੇ ਰੇਲਵੇ ਸਟੇਸ਼ਨ ਤੇ ਉਤਰੇ ਤਾਂ ਉੱਥੇ 2 ਕਮਾਲ ਦੇ ਕੌਤਕ ਹੋਏ, ਜੋ ਕਿ ਪਰਮਾਰਥ ਦੇ ਪ੍ਰੇਮੀਆਂ ਵਾਸਤੇ ਬਹੁਤ ਲਾਭਦਾਇਕ ਅਤੇ ਦਿਲਚਸਪੀ ਵਾਲੇ ਸਿੱਧ ਹੋਣਗੇ। ਭਾਈ ਸਾਹਿਬ ਰਣਧੀਰ ਸਿੰਘ, ਭਾਈ ਸਰਵਣ ਸਿੰਘ ਅਤੇ ਕੁਝ ਹੋਰ ਸਿੰਘ ਜਦੋਂ ਅੰਬਾਲੇ ਸਟੇਸ਼ਨ ਤੇ ਉਤਰੇ ਤਾਂ ਸਿੰਘ ਵਿਚਾਰ ਕਰਨ ਲੱਗ ਪਏ ਕਿ ਸਟੇਸ਼ਨ ਤੋਂ ਛਾਉਣੀ ਕਿਵੇਂ ਜਾਇਆ ਜਾਵੇ। ਸਿੰਘ ਸਟੇਸ਼ਨ ਤੋਂ ਛਾਉਣੀ ਜਾਣ ਦੇ ਤਿਆਰੀ ਕਰ ਰਹੇ ਸਨ ਕਿ ਭਾਈ ਸਰਵਣ ਸਿੰਘ, ਜੋ ਕਿ ਉਸ ਵਕਤ ਕਿਸੇ ਉਚੇਰੀ ਆਤਮਕ ਅਵਸਥਾ ਵਿੱਚ ਖੇਲ ਰਹੇ ਸਨ, ਖੜੇ ਖੜਾਏ ਹੀ ਸਮਾਧੀ ਸਥਿਤ ਹੋ ਗਏ। ਉਹਨਾਂ ਨੂੰ ਦੇਸ, ਕਾਲ ਅਤੇ ਵਸਤੂ ਦੀ ਸੁੱਧ ਨਾ ਰਹੀ। ਇਤਫਾਕਨ ਜਿੱਥੇ ਉਹ ਸਮਾਧੀ ਸਥਿਤ ਖੜੇ ਸਨ, ਉੱਥੇ ਰੇਲਵੇ ਟਿਕਟ ਵਾਲਿਆਂ ਦੀ ਤਾਕੀ ਸੀ। ਪਹਿਲਾਂ ਤੇ ਉੱਥੇ ਕੋਈ ਨਹੀਂ ਸੀ, ਪਰ ਜਦੋਂ ਭਾਈ ਸਰਵਣ ਸਿੰਘ ਉੱਥੇ ਖੜੇ ਹੋਏ, ਉਸ ਤੋਂ ਛੇਤੀ ਬਾਅਦ ਹੀ ਇੱਕ ਨਵੀਂ ਟ੍ਰੇਨ ਸਟੇਸ਼ਨ ਤੇ ਆ ਗਈ। ਇਸ ਟ੍ਰੇਨ ਦੇ ਆਉਣ ਕਰਕੇ ਟਿਕਟਾਂ ਵਾਲੀ ਬਾਰੀ ਖੁੱਲ੍ਹ ਗਈ ਅਤੇ ਉੱਥੇ ਚੰਗੀ ਭੀੜ ਹੋ ਗਈ। ਭਾਈ ਸਰਵਣ ਸਿੰਘ ਨੂੰ ਕੋਈ ਖਬਰ ਨਹੀਂ ਸੀ ਕਿ ਉਹਨਾਂ ਦੇ ਆਸੇ-ਪਾਸੇ ਕੀ ਹੋ ਰਿਹਾ ਹੈ। ਇੰਨੇ ਨੂੰ ਉੱਥੇ ਇੱਕ ਸਿਪਾਹੀ ਆ ਗਿਆ। ਉਸਨੇ ਭਾਈ ਸਰਵਣ ਸਿੰਘ ਨੂੰ ਬੁੱਤ ਵਾਂਗ ਅਹਿਲ ਖੜਾ ਦੇਖਿਆ ਤਾਂ ਆ ਕੇ 4-5 ਵਾਰੀ ਉਹਨਾਂ ਨੂੰ ਹੱਥਾਂ ਨਾਲ ਹਿਲਾਉਣਿਆ ਅਤੇ ਪਾਸੇ ਹੋਣ ਲਈ ਕਿਹਾ, ਪਰ ਭਾਈ ਸਰਵਣ ਸਿੰਘ ਨੇ ਕੋਈ ਜਵਾਬ ਨਾ ਦਿੱਤਾ। ਉਹਨਾਂ ਨੂੰ ਕੋਈ ਖਬਰ ਹੀ ਨਹੀਂ ਸੀ ਕਿ ਬਾਹਰਲੀ ਦੁਨੀਆ ਵਿੱਚ ਕੀ ਹੋ ਰਿਹਾ ਹੈ। ਸਿਪਾਹੀ ਨੇ ਜਦੋਂ ਦੇਖਿਆ ਕਿ ਭਾਈ ਸਰਵਣ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਸ ਨੂੰ ਗੁੱਸਾ ਆ ਗਿਆ। ਉਸਨੇ ਵੱਟ ਕੇ ਭਾਈ ਸਰਵਣ ਸਿੰਘ ਦੇ ਮੁਖਾਰਬਿੰਦ ਤੇ ਚਪੇੜ ਮਾਰ ਦਿੱਤੀ। ਭਾਈ ਸਰਵਣ ਸਿੰਘ ਦੀ ਅੱਖ ਉਗੜੀ ਤਾਂ ਸਿਪਾਹੀ ਨੇ ਡਾਂਟਦਿਆਂ ਹੋਇਆਂ ਕਿਹਾ, ਤੈਨੂੰ ਪਤਾ ਨਹੀਂ ਕਿ ਇੱਥੇ ਟਿਕਟ ਵੱਟਦੇ ਹਨ? ਤੈਨੂੰ ਕਈ ਵਾਰ ਬੁਲਾਇਆ ਅਤੇ ਕਿਹਾ ਕਿ ਇੱਥੇ ਟਿਕਟ ਵੱਟਦੇ ਹਨ, ਇਸ ਜਗ੍ਹਾ ਖਲੋਣ ਦਾ ਹੁਕਮ ਨਹੀਂ। ਹੁਣ ਚਪੇੜ ਮਾਰੀ ਤੇ ਸੁਚੇਤ ਹੋਇਆ ਹੀ ਹੈ, ਜੇ ਪਹਿਲਾਂ ਹੀ ਹੋ ਜਾਂਦਾ। ਅੱਗੇ ਜੋ ਭਾਈ ਸਰਵਣ ਸਿੰਘ ਨੇ ਕੀਤਾ, ਉਸਨੇ ਉੱਥੇ ਜਮ੍ਹਾਂ ਹੋਈ ਭੀੜ ਨੂੰ ਅਸਚਰਜਤਾ ਦੇ ਮੰਡਲ ਵਿੱਚ ਲੈ ਆਂਦਾ। ਭਾਈ ਸਰਵਣ ਸਿੰਘ ਨੇ ਚਪੇੜ ਮਾਰੀ ਦਾ ਰੰਚਕ ਮਾਤਰ ਵੀ ਰੋਸ ਜਾਂ ਗੁੱਸਾ ਨਹੀਂ ਕੀਤਾ, ਸਗੋਂ ਉਹ ਉਸ ਸਿਪਾਹੀ ਦੇ ਪੈਰਾਂ ਵਿੱਚ ਧੜਮ ਕਰਕੇ ਜਾ ਡਿੱਗੇ ਅਤੇ ਆਖਿਆ, ਭਾਈ ਮੈਥੋਂ ਭੁੱਲ ਹੋ ਗਈ ਹੈ। ਭਾਈ ਸਰਵਣ ਸਿੰਘ ਦੇ ਉਸ ਸਿਪਾਹੀ ਦੇ ਪੈਰਾਂ ਵਿੱਚ ਡਿੱਗਣ ਦੀ ਦੇਰ ਸੀ ਕਿ ਉਹ ਸਿਪਾਹੀ ਛਪਾਲ ਪਿਛਲ ਪੈਰੀ ਖੜਾ ਹੀ ਧੜਮ ਦੇ ਕੇ ਜ਼ਮੀਨ ਤੇ ਜਾ ਡਿੱਗਿਆ। ਡਿੱਗ ਕੇ ਉਹ ਆਪ ਮੁਹਾਰੀਆਂ ਕਿਲਕਾਰੀਆਂ ਮਾਰਨ ਲੱਗ ਪਿਆ ਅਤੇ ਦੁਹਾਈਆਂ ਦੇਣ ਲੱਗ ਪਿਆ ਕਿ ਬੋੜੀ ਓ ਲੋਕੋ, ਮੈਨੂੰ ਇਸ ਸਿੱਖ ਤੋਂ ਬਖਸ਼ਾ ਲਵੋ। ਭਾਈ ਸਾਹਿਬ ਅਤੇ ਹੋਰ ਸਿੰਘ ਵੀ ਰੌਲਾ ਸੁਣ ਕੇ ਉੱਥੇ ਪਹੁੰਚ ਗਏ ਅਤੇ ਜ਼ਮੀਨ ਤੇ ਪਏ ਸਿਪਾਹੀ ਨੂੰ ਪੁੱਛਣ ਲੱਗੇ, ਤੈਨੂੰ ਕੀ ਹੋਇਆ? ਅੱਗੋਂ ਸਿਪਾਹੀ ਬੇਹਬਲ ਹੋ ਕੇ ਬੋਲਿਆ, ਮੈਨੂੰ ਇਸ ਸਿੱਖ ਨੇ ਮਾਰ ਛੱਡਿਆ ਹੈ। ਸਿੰਘਾਂ ਨੇ ਉਸ ਨੂੰ ਵਾਪਸ ਪੁੱਛਿਆ, ਤੈਨੂੰ ਇਸ ਨੇ ਕੀ ਮਾਰਿਆ ਹੈ? ਸਿਪਾਹੀ ਨੇ ਕਿਹਾ, ਮਾਰਿਆ ਨਹੀਂ, ਮੇਰਾ ਕੁਝ ਛੱਡਿਆ ਹੀ ਨਹੀਂ। ਮੇਰੇ ਪੈਰਾਂ ਤੇ ਡਿੱਗ ਕੇ ਇਸ ਸਿੱਖ ਨੇ ਮੇਰੀ ਸਾਰੀ ਕਲਾ ਸੂਤ ਲਈ। ਖਬਰ ਨਹੀਂ ਮੈਨੂੰ ਇਸ ਨੇ ਕੀ ਕਰ ਦਿੱਤਾ ਹੈ। ਹੁਣ ਮੈਂ ਤਾਂ ਬਚਦਾ ਹਾਂ ਜੇ ਇਸ ਤੋਂ ਬਖਸ਼ਾ ਦਿਓ। ਸਾਰੀ ਗੱਲ ਜਦੋਂ ਉਸ ਸਿਪਾਹੀ ਨੇ ਦੱਸੀ ਕਿ ਕਿਵੇਂ ਮੈਂ ਇਸ ਸਿੱਖ ਦੇ ਚਪੇੜ ਮਾਰੀ ਸੀ ਅਤੇ ਇਹ ਮੇਰੇ ਪੈਰੀਂ ਪੈ ਗਿਆ, ਮੈਨੂੰ ਪਤਾ ਨਹੀਂ ਸੀ ਕਿ ਇਹ ਰੱਬੀ ਰੰਗਾਂ ਵਿੱਚ ਖੜੇ ਸਨ, ਤਾਂ ਸਭ ਲੋਕ ਹੈਰਾਨ ਰਹਿ ਗਏ। ਉੱਥੇ ਇੱਕ ਈਸਾਈ ਖੜਾ ਸੀ। ਉਹ ਇਹ ਵਾਰਤਾ ਸੁਣ ਕੇ ਇਉਂ ਬੋਲ ਉੱਠਿਆ, ਕਮਾਲ ਹੋ ਗਈ। ਸਾਡੇ ਹਜ਼ਰਤ ਈਸਾ ਮਸੀਹ ਨੇ ਤਾਂ ਸਾਨੂੰ ਇਉਂ ਉਪਦੇਸ਼ ਦਿੱਤਾ ਹੈ ਕਿ ਹੇ ਈਸਾਈ, ਜੇ ਤੇਰੀ ਇੱਕ ਗੱਲ ਤੇ ਕੋਈ ਚਪੇੜ ਮਾਰੇ ਤਾਂ ਤੂੰ ਦੂਜੀ ਗੱਲ ਵੀ ਅਗਾਂਹ ਕਰ ਦੇ ਕਿ ਹੋਰ ਮਾਰ ਲੈ। ਇਹ ਸਿੱਖ ਤਾਂ ਚਪੇੜ ਮਾਰਨ ਵਾਲੇ ਦੇ ਉਲਟਾ ਪੈਰੀਂ ਪੈ ਗਿਆ ਹੈ। ਇਸ ਤੋਂ ਵੱਧ ਹੋਰ ਕਮਾਲ ਕੀ ਹੋ ਸਕਦਾ ਹੈ? ਭਾਈ ਸਾਹਿਬ ਨੇ ਈਸਾਈ ਸੱਜਣ ਨੂੰ ਮੁਖਾਤਬ ਹੋ ਕੇ ਕਿਹਾ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਹੁਕਮ ਹੈ ਕਿ ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾ ਨਾ ਮਾਰੇ ਘੁੰਮ, ਆਪਨੜੇ ਕਰ ਜਾਈਐ ਪੈਰ ਤਿਨਾ ਦੇ ਚੁੰਮ। ਇਹ ਸੁਣ ਕੇ ਕੋਲ ਖਲੋਤਾ ਇੱਕ ਆਰਿਆ ਸਮਾਜੀ ਮਹਾਸ਼ਾ ਇਉਂ ਝੁੰਝਲਾ ਉੱਠਿਆ। ਇਸ ਸਿੱਖ ਡਰਦੇ ਮਾਰੇ ਨੇ ਸਿਪਾਹੀ ਦੇ ਪੈਰ ਫੜੇ ਹਨ। ਇਸ ਨੂੰ ਚਾਹੀਦਾ ਸੀ ਕਿ ਸਿਪਾਹੀ ਨੂੰ ਅੱਗੋਂ ਸੋਧਦਾ, ਪਰ ਇਹ ਕਮਜ਼ੋਰੀ ਦੇ ਕਾਰਨ ਉਸਦੇ ਅੱਗੇ ਹੀਣਾ ਚੀਣਾ ਹੋ ਗਿਆ। ਆਰਿਆ ਸਮਾਜੀ ਮਹਾਸ਼ੇ ਦੀ ਗੱਲ ਸੁਣ ਕੇ ਸਿੰਘ ਕਹਿਣ ਲੱਗੇ, ਐਵੇਂ ਹੀ ਸਹੀ, ਤੇਰੀ ਅਕਲ ਐਵੇਂ ਹੀ ਕੰਮ ਕਰਦੀ ਹੈ।
ਅਸੀਂ ਤੇਰੇ ਨਾਲ ਝਗੜਨਾ ਥੋੜਾ ਹੈ। ਇਸ ਤਰ੍ਹਾਂ ਕਹਿ ਕੇ ਭਾਈ ਸਾਹਿਬ ਅਤੇ ਹੋਰ ਸਿੰਘ ਪੈਦਲ ਅੰਬਾਲੇ ਛਾਉਣੀ ਵੱਲ ਨੂੰ ਤੁਰ ਪਏ। ਹੋਰ ਮੁਸਾਫਰਾਂ ਨਾਲ ਉਹ ਆਰੀਆ ਸਮਾਜੀ ਮਹਾਸ਼ਾ ਵੀ ਤੁਰ ਪਿਆ, ਕਿਉਂਕਿ ਉਸਨੇ ਵੀ ਉੱਧਰ ਹੀ ਜਾਣਾ ਸੀ। ਤੁਰਦਿਆਂ ਤੁਰਦਿਆਂ ਰਹਿਰਾਸ ਸਾਹਿਬ ਦਾ ਸਮਾਂ ਹੋ ਗਿਆ ਤਾਂ ਇਹ ਫੈਸਲਾ ਹੋਇਆ ਕਿ ਪਾਠ ਕਰਕੇ ਅੱਗੇ ਚਾਲੇ ਪਾਏ ਜਾਣਗੇ। ਕੁਝ ਸਿੰਘਾਂ ਨੇ ਮੈਦਾਨ ਜਾਣਾ ਸੀ, ਸੋ ਉਹ ਲਾਗੇ ਝਿੜੀ ਵਿੱਚ ਚਲੇ ਗਏ। ਭਾਈ ਸਾਹਿਬ ਨਾਲ ਭਾਈ ਸਰਵਣ ਸਿੰਘ ਵੀ ਝਿੜੀ ਵੱਲ ਚਲੇ ਗਏ। ਭਾਈ ਸਾਹਿਬ ਉਰੇ ਰਹਿ ਗਏ, ਜਦ ਕਿ ਭਾਈ ਸਰਵਣ ਸਿੰਘ ਖਾਸਾ ਅੱਗੇ ਨੂੰ ਚਲੇ ਗਏ। ਭਾਈ ਸਾਹਿਬ ਮੈਦਾਨ ਤੋਂ ਵਿਹਲੇ ਹੋ ਕੇ ਹਾਲੇ ਹੱਥ ਧੋ ਕੇ ਵਿਹਲੇ ਹੀ ਹੋਏ ਸਨ ਕਿ ਝਿੜੀ ਵਿੱਚ ਉਹਨਾਂ ਨੂੰ ਇੱਕ ਅਬਲਾ ਦੀ ਚੀਕ ਪੁਕਾਰ ਦੀ ਆਵਾਜ਼ ਆਈ। ਭਾਈ ਸਾਹਿਬ ਅਤੇ ਹੋਰ ਸਿੰਘ ਉਧਰ ਜਿੱਧਰੋਂ ਆਵਾਜ਼ ਆ ਰਹੀ ਸੀ ਕਾਲੀ ਕਾਲੀ ਤੁਰ ਪਏ। ਭਾਈ ਸਰਵਣ ਸਿੰਘ ਉਸ ਜਗ੍ਹਾ ਜਿੱਥੋਂ ਆਵਾਜ਼ ਆ ਰਹੀ ਸੀ ਦੇ ਲਾਗੇ ਹੀ ਸਨ, ਜਦਕਿ ਬਾਕੀ ਦੇ ਸਿੰਘ ਖਾਸੇ ਪਿੱਛੇ ਸਨ। ਭਾਈ ਸਰਵਣ ਸਿੰਘ ਨੇ ਦੇਖਿਆ ਕਿ 4 ਹੱਟੇ ਕੱਟੇ ਗੋਰੇ ਪੁਲਸੀਏ ਇੱਕ ਲੱਕੜਹਾਰੀ ਕੁੜੀ ਨੂੰ ਮਾੜੀ ਮਨਸ਼ਾ ਨਾਲ ਦਬਾਈ ਬੈਠੇ ਸਨ। ਉਹ ਉਸ ਕੁੜੀ ਨਾਲ ਜ਼ਬਰ ਜ਼ਨਾ ਕਰਨ ਦਾ ਇਰਾਦਾ ਰੱਖਦੇ ਸਨ। ਕੁੜੀ ਬੇਵਸ ਹੋ ਕੇ ਚੀਕ ਪੁਕਾਰ ਰਹੀ ਸੀ, ਪਰ ਉਹ ਨਾ ਉਮੀਦ ਸੀ, ਕਿਉਂਕਿ ਇਸ ਜੰਗਲ ਬੇਲੇ ਵਿੱਚ ਕੌਣ ਉਸ ਦੀ ਰੱਖਿਆ 4 ਅੰਗਰੇਜ਼ ਪੁਲਸੀਆਂ ਤੋਂ ਕਰ ਸਕਦਾ ਸੀ। ਪਰ ਅਕਾਲ ਪੁਰਖ ਨੇ ਆਪਣੇ ਖਾਲਸੇ ਐਨ ਉਸ ਸਮੇਂ ਹੀ ਇਸ ਝਿੜੀ ਵਿੱਚ ਭੇਜ ਦਿੱਤੇ ਸਨ ਤਾਂ ਕਿ ਖਾਲਸਾ ਜੀ ਦਾ ਜਾਹੋ ਜਲਾਲ ਜਗਤ ਵਿੱਚ ਪ੍ਰਗਟ ਹੋ ਸਕੇ। ਭਾਈ ਸਰਵਣ ਸਿੰਘ ਆਮ ਸਰੀਰ ਦੇ ਮਾਲਕ ਸਨ, ਪਰ ਉਹ ਨਾਮ ਬਾਣੀ ਵਿੱਚ ਲੀਨ ਰਹਿਣ ਕਰਕੇ ਨਿਰਭਉ ਅਕਾਲ ਪੁਰਖ ਵਾਂਗ ਨਿਰਭਉ ਹੋ ਗਏ ਸਨ ਅਤੇ ਮਹਾ ਸ਼ਕਤੀਸ਼ਾਲੀ ਅਕਾਲ ਪੁਰਖ ਦੀ ਆਰਾਧਨਾ ਕਰਕੇ ਸੁਭਾਵਕ ਹੀ ਅੰਦਰੂਨੀ ਸ਼ਕਤੀ ਨਾਲ ਭਰਪੂਰ ਹੋ ਗਏ ਸਨ। ਜਦੋਂ ਉਹਨਾਂ ਨੇ ਉਹ ਅਬਲਾ ਕੁੜੀ ਅੰਗਰੇਜ਼ਾਂ ਵੱਲੋਂ ਦੱਬੀ ਹੋਈ ਦੇਖੀ ਤਾਂ ਉਹ ਚੀਤੇ ਦੀ ਰਫ਼ਤਾਰ ਨਾਲ ਦੌੜ ਕੇ ਉਹਨਾਂ ਗੋਰਿਆਂ ਉੱਤੇ ਬਿਜਲੀ ਵਾਂਗ ਢਹਿ ਪਏ। ਉਹਨਾਂ ਗੋਰਿਆਂ ਦੇ ਬਲਮ ਭਾਵ ਡੰਡੇ ਖੋਹ ਕੇ ਉਹਨਾਂ ਗੋਰਿਆਂ ਦਾ ਉਹ ਕੁਟਾਪਾ ਚਾੜਿਆ ਕਿ ਰਹੇ ਰੱਬ ਦਾ ਨਾਂ। ਕੁੱਟ-ਕੁੱਟ ਕੇ ਸਾਰੇ ਅੰਗਰੇਜ਼ ਪੁਲਸੀਏ ਉਹਨਾਂ ਨੇ ਲੰਮੇ ਪਾ ਦਿੱਤੇ ਤੇ ਉਹਨਾਂ ਦੇ ਹੀ ਕੱਪੜਿਆਂ ਨਾਲ ਬੰਨ੍ਹ ਦਿੱਤੇ। ਇਕੱਲਿਆਂ ਨੇ ਹੀ 4 ਹੱਟੇ ਕੱਟੇ ਗੋਰਿਆਂ ਨੂੰ ਕਿਵੇਂ ਹਰਾ ਦਿੱਤਾ, ਇਹ ਇੱਕ ਅਚਰਜ ਗੱਲ ਹੈ। ਗੋਰਿਆਂ ਨੇ ਅੱਗੋਂ ਬਥੇਰਾ ਮੁਕਾਬਲਾ ਕੀਤਾ, ਪਰ ਖਾਲਸੇ ਦੇ ਵੀਰ ਰਸੀ ਜੋਸ਼ ਅੱਗੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਉਹਨਾਂ ਦੇ ਹਥਿਆਰ ਵੀ ਧਰੇ ਧਰਾਏ ਰਹਿ ਗਏ। ਜਦੋਂ ਤੱਕ ਭਾਈ ਸਾਹਿਬ ਅਤੇ ਹੋਰ ਲੋਕ ਸ਼ੋਰ ਸੁਣ ਕੇ ਉੱਥੇ ਪਹੁੰਚੇ, ਉਦੋਂ ਤੱਕ ਭਾਈ ਸਰਵਣ ਸਿੰਘ ਨੇ ਸਾਰੇ ਗੋਰੇ ਕੁੱਟ-ਕੁੱਟ ਕੇ ਲੰਮੇ ਪਾਏ ਹੋਏ ਸਨ। ਫਿਰ ਇਕੱਲੇ ਸਰਵਣ ਸਿੰਘ ਨੇ ਹੀ ਉਹ ਗੋਰੇ ਸਿਪਾਹੀ ਨਰੜ ਕੇ ਟਾਂਗੇ ਤੇ ਲੱਦ ਦਿੱਤੇ ਜਿਸ ਤੇ ਉਹ ਆਏ ਸਨ। ਸਭ ਲੋਕ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ ਕਿ ਇੱਕ ਸਿੰਘ ਨੇ ਕਿਵੇਂ 4-4 ਗੋਰੇ ਪੁਲਸੀਏ ਕੁੱਟ-ਕੁੱਟ ਕੇ ਲੰਮੇ ਪਾ ਦਿੱਤੇ ਅਤੇ ਫਿਰ ਬੰਨ੍ਹ ਕੇ ਟਾਂਗੇ ਤੇ ਲੱਦ ਦਿੱਤੇ। ਜਦੋਂ ਕਾਫੀ ਲੋਕ ਜਮ੍ਹਾਂ ਹੋ ਗਏ ਤਾਂ ਭਾਈ ਸਾਹਿਬ ਨੇ ਉਸ ਆਰਿਆ ਸਮਾਜੀ ਮਹਾਸ਼ੇ ਨੂੰ, ਜੋ ਹਾਲੇ ਕੁਝ ਹੀ ਸਮਾਂ ਪਹਿਲਾਂ ਭਾਈ ਸਰਵਣ ਸਿੰਘ ਨੂੰ ਬੁਜ਼ਦਿਲ ਕਹਿ ਰਿਹਾ ਸੀ, ਨੂੰ ਮੁਖਾਤਬ ਹੋ ਕੇ ਕਿਹਾ, ਦੇਖੋ 1.25 ਲੱਖ ਸੂਰਮੇ ਦਾ ਇਹ ਕਰਤੱਵ। ਜਿੱਥੇ ਇਸ ਨੂੰ ਆਪਣੇ ਮੂੰਹ ਤੇ ਇੱਕ ਚਪੇੜ ਪਈ ਸੀ ਸਿਪਾਹੀ ਵੱਲੋਂ, ਉੱਥੇ ਤਾਂ ਇਸਨੇ ਸਹਿਨਸ਼ੀਲਤਾ ਦਾ ਉਹ ਧੁਰਵਾ ਬੰਨਿਆ ਜਿਸ ਨੂੰ ਦੇਖ ਕੇ ਇੱਕ ਈਸਾਈ ਅਸ਼-ਅਸ਼ ਕਰਦਾ ਸੀ। ਪਰ ਹੁਣ ਇੱਥੇ ਇੱਕ ਅਬਲਾ ਦੇ ਉਪਕਾਰ ਬਚਾਓ ਦੀ ਔਖੀ ਘੜੀ ਦੇਖ ਕੇ ਇਸ ਸਿੱਖ ਦੇ ਅੰਦਰ ਉਹ ਬਲ ਬੀਰਤਾ ਸੰਦੂਰਤ ਹੋਈ ਕਿ ਇਕੱਲੇ ਨੇ ਹੀ ਇਹਨਾਂ 4 ਹੱਟੇ ਕੱਟੇ ਗੋਰੇ ਸਿਪਾਹੀਆਂ ਨੂੰ ਮਾਰ ਕੁੱਟ ਕੇ ਟਾਂਗੇ ਤੇ ਲੂੜ ਛੱਡਿਆ ਹੈ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਉਹ ਪਹਿਲਾਂ ਤੋਂ ਹੀ ਅਚੰਭਤ ਹੋਇਆ ਮਹਾਸ਼ਾ ਜ਼ਾਰੋ-ਜ਼ਾਰ ਰੋਣ ਲੱਗ ਪਿਆ ਅਤੇ ਪੁਕਾਰਨ ਲੱਗਾ, ਖਾਲਸਾ ਜੀ ਮੈਨੂੰ ਬਖਸ਼ੋ। ਮੈਨੂੰ ਇੱਕ ਸਿੱਖ ਦੀ ਸਹਿਨਸ਼ੀਲਤਾ ਅਤੇ ਸੂਰਬੀਰਤਾ ਦੇ ਵੱਖੋ-ਵੱਖ ਜੁੱਸਿਆਂ ਦਾ ਉੱਕਾ ਹੀ ਪਤਾ ਨਹੀਂ ਸੀ। ਹੁਣ ਪਤਾ ਲੱਗ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸਰਬ ਗੁਣਾ ਸੰਪੂਰਨ ਹੁੰਦੇ ਹਨ। ਸਹਿਨਸ਼ੀਲਤਾ ਤੇ ਸ਼ਾਂਤੀ ਦੀ ਹੱਦ ਵੀ ਇਸਨੇ ਟਪਾ ਦਿੱਤੀ ਤੇ ਸੂਰਬੀਰਤਾ ਦੀ ਵੀ ਹੱਦ ਮੁੱਕ ਗਈ। ਸਿੰਘ ਉਸ ਮਹਾਸ਼ੇ ਨਾਲ ਗੱਲ ਕਰ ਰਹੇ ਸੀ कि उधर टांगे ते नरड़े हुए गोरे पुकारन लगे, साहिबान हमको छुड़ाओ, हम ऐसी हरकत आगे से नहीं करेंगे। हमको क्यों नरड़ कर बंधा है और कहाँ ले जाओगे? ਸਿੰਘਾਂ ਨੇ ਕਿਹਾ, ਤੁਹਾਨੂੰ ਪਕੜ ਕੇ ਤੁਹਾਡੇ ਅਫਸਰਾਂ ਦੇ ਕੋਲ ਲਿਜਾ ਕੇ ਤੁਹਾਨੂੰ ਸਜ਼ਾ ਦਿਵਾਵਾਂਗੇ। ਅੱਗੋਂ ਗੋਰੇ ਮਿੰਨਤ ਨਾਲ ਬੋਲੇ, हमको ਕਾਫੀ ਬਦਨੀ ਸਜ਼ਾ ਮਿਲ ਚੁੱਕੀ ਹੈ। ਦੇਖੋ ਸਾਡੇ ਸਰੀਰ ਸੁੱਜੇ ਪਏ ਹਨ, ਸੱਟਾਂ ਦੇ ਨਾਲ ਹੱਡਾਂ ਤੇ ਨੀਲ ਪਏ ਹੋਏ ਹਨ। ਹੋਰ ਸਾਨੂੰ ਕੀ ਸਜ਼ਾ ਦੇਣੀ ਹੈ? ਹੁਣ ਸਾਨੂੰ ਮਾਫ ਕਰ ਦਿਓ ਅਤੇ 50 ਦਮੜੇ ਸਾਡੇ ਪਾਸੋਂ ਲੈ ਲਵੋ। ਸਿੰਘਾਂ ਨੇ ਕਿਹਾ, ਮਾਫੀ ਇਸ ਗਰੀਬ ਤੋਂ ਮੰਗੋ ਅਤੇ ਇਹ ਦਮੜੇ ਵੀ ਇਸ ਨੂੰ ਦਿਓ। ਅੱਗੇ ਲਈ ਇਹ ਤੌਬਾ ਕਰੋ ਕਿ ਐਸਾ ਅਨਰਥ ਨਹੀਂ ਕਰਾਂਗੇ। ਇਸ ਤਰ੍ਹਾਂ ਉਸ ਅਬਲਾ ਨੂੰ ਗੋਰੇ ਜਰਵਾਣਿਆਂ ਤੋਂ ਬਚਾ ਕੇ
ਅਤੇ ਉਸ ਨੂੰ 50 ਰੁਪਏ ਦਿਵਾ ਕੇ ਸਿੰਘ ਅੱਗੇ ਤੁਰੇ ਅਤੇ ਤੁਰੇ ਜਾਂਦਿਆਂ ਹੀ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕੀਤਾ। ਇਸ ਘਟਨਾ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਸਰਵਣ ਸਿੰਘ ਕਿਵੇਂ ਗੁਰਮਤਿ ਗੁਣਾਂ ਦਾ ਸਮੂਹ ਸਨ। ਉਹ ਐਸੇ ਮਹਾਨ ਗੁਰਸਿੱਖ ਹੋ ਗੁਜ਼ਰੇ ਹਨ ਕਿ ਉਹਨਾਂ ਦਾ ਜੀਵਨ ਵਾਚ ਕੇ ਹੈਰਾਨ ਰਹਿ ਜਾਈਦਾ ਹੈ। ਉਹਨਾਂ ਦਾ ਜੀਵਨ ਅਜਿਹੀਆਂ ਵਿਚਿੱਤਰ ਘਟਨਾਵਾਂ ਨਾਲ ਭਰਿਆ ਹੋਇਆ ਹੈ, ਪਰ ਜੋ ਅਸੀਂ ਤੁਹਾਨੂੰ ਇਸ ਤੋਂ ਅਗਲੀ ਵੀਡੀਓ ਵਿੱਚ ਸੁਣਾਉਣ ਜਾ ਰਹੇ ਹਾਂ ਉਹ ਇੱਕ ਅਜਿਹੀ ਘਟਨਾ ਹੈ ਜਿਸ ਨੂੰ ਸੁਣ ਕੇ ਤੁਸੀਂ ਆਪਣੇ ਆਪ ਨੂੰ ਹੈਰਾਨੀ ਦੇ ਸਾਗਰ ਵਿੱਚ ਪਾਓਗੇ। ਭਾਈ ਸਰਵਣ ਸਿੰਘ, ਜਿਨ੍ਹਾਂ ਦਾ ਜੀਵਨ ਚੜ੍ਹਦੀ ਕਲਾ ਵਿੱਚ ਉੱਪਰ ਵੱਲ ਨੂੰ ਜਾ ਰਿਹਾ ਸੀ, ਇੱਕਦਮ ਪਲਟਾ ਖਾ ਗਿਆ। ਅਜਿਹੇ ਉੱਚੇ ਜੀਵਨ ਵਾਲੇ ਭਾਈ ਸਰਵਣ ਸਿੰਘ ਤੇ ਮਾਇਆ ਦਾ ਅਜਿਹਾ ਹਮਲਾ ਹੋਇਆ ਕਿ ਉਹ ਡੋਲ ਗਿਆ। ਦੁਨੀਆ ਹੈਰਾਨ ਰਹਿ ਗਈ ਕਿ ਭਾਈ ਸਰਵਣ ਸਿੰਘ ਨਾਲ ਇਹ ਕੀ ਹੋ ਗਿਆ। ਇਹ ਘਟਨਾ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਸੁਣਾਵਾਂਗੇ। ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।